ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰਦਾ ਹੈ ਉਦੋਂ ਬਾਅਦ ਉਹਦੇ ਨਿਮਿਤ ਬਹੁਤ ਤਰ੍ਹਾਂ ਦੇ ਵਹਿਮ ਭਰਮ ਕੀਤੇ ਜਾਂਦੇ ਨੇ। ਗੁਰਮਤਿ ਦਾ ਉਹਨਾਂ ਦੇ ਨਾਲ ਕੋਈ ਸੰਬੰਧ ਨਹੀਂ ਹੈ। ਪਰ ਆਪਾਂ ਸਿੱਖ ਹੋਣ ਵਾਲੇ, ਸਿੱਖ ਕਹਾਣ ਵਾਲੇ ਵੀ ਉਹ ਸਾਰੇ ਦੇ ਸਾਰੇ ਕਰਮ ਕਰਦੇ ਹਾਂ। ਬੰਦਾ ਮਰ ਗਿਆ, ਸਾਡੀ ਜਿਹੜੀ ਮਰਿਆਦਾ ਹੈ ਉਹਦੇ 'ਚ ਬਹੁਤ ਗੱਲਾਂ ਸਪਸ਼ਟ ਲਿਖੀਆਂ ਗਈਆਂ ਹਨ। ਅਤੇ ਇਹ ਲਿਖਿਆ ਗਿਆ ਹੈ ਕਿ ਜਦੋਂ ਪ੍ਰਾਣੀ ਚੜ੍ਹਾਈ ਕਰੇ 10ਵੇਂ ਦਿਨ ਜਾਂ ਜਿਹੜਾ ਵੀ ਦਿਨ ਪਰਿਵਾਰ ਨੂੰ ਸਹੀ ਲੱਗੇ ਉਸ ਦਿਨ ਪ੍ਰਾਣੀ ਨਿਮਿਤ ਅੰਤਿਮ ਅਰਦਾਸ ਕਰਨੀ ਹੈ। ਉਦੋਂ ਬਾਅਦ ਹੁਣ ਹੋਰ ਕੋਈ ਰਸਮ ਕਰਨ ਦੀ ਲੋੜ ਨਹੀਂ ਹੈ, ਕੋਈ ਵਰੀਣੇ ਦੀ ਲੋੜ ਨਹੀਂ ਹੈ, ਕੋਈ ਬਰਸੀਆਂ ਦੀ ਲੋੜ ਨਹੀਂ। ਇੱਦਾਂ ਦੀ ਕੋਈ ਸਾਡੀ ਮਰਿਆਦਾ ਅੰਦਰ ਜਾਂ ਗੁਰਬਾਣੀ 'ਚ ਗੱਲ ਨਹੀਂ ਕੀਤੀ ਗਈ, ਪਰ ਅਸੀਂ ਕਰਦੇ ਹਾਂ, ਸਾਡੇ ਲੋਕ ਕਰਦੇ ਹਨ। ਕਾਰਨ ਕੀ ਹੈ? ਇੱਕ ਤੇ ਗੁਰਬਾਣੀ ਗਿਆਨ ਦੀ ਘਾਟ, ਇੱਕ ਸਾਨੂੰ ਮਰਿਆਦਾ ਦਾ ਪੂਰਾ ਪਤਾ ਨਹੀਂ ਹੈ, ਅਤੇ ਦੂਜੇ ਨੰਬਰ 'ਤੇ ਸਾਡੇ ਮਨ ਅੰਦਰ ਵਹਿਮਾਂ ਭਰਮਾਂ ਦੀਆਂ ਵਿਚਾਰਾਂ ਇੰਨੀਆਂ ਜ਼ਿਆਦਾ ਬੈਠੀਆਂ ਪਈਆਂ ਨੇ। ਜੇ ਕੋਈ ਸਮਝਾਉਂਦਾ ਵੀ ਹੈ, ਜੇ ਕੋਈ ਦੱਸਦਾ ਵੀ ਹੈ, ਆਪਾਂ ਫਿਰ ਵੀ ਕਰੀ ਜਾਂਦੇ ਹਾਂ, ਕਰਦੇ ਹਾਂ। ਹੁਣ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰਦਾ ਹੈ ਅਤੇ ਜੋ ਸਨਾਤਨ ਮਤ, ਹਿੰਦੂ ਮਤ ਦੇ ਅੰਦਰ ਵਿਚਾਰ ਹਨ, ਜਾਂ ਜੋ ਗਰੁੜ ਪੁਰਾਣ ਅੰਦਰ ਲਿਖਿਆ ਹੈ, ਉਹ ਗੱਲਾਂ ਹੁਣ ਉਹ ਤੇ ਉਹਨਾਂ ਦੀਆਂ ਹਨ। ਸਾਡੇ ਲਈ ਤੇ ਪੰਡਤ ਮੁੱਲਾ ਜੋ ਲਿਖਦੀ ਆ, ਛਾੜ ਚਲੇ ਹਮ ਕਛੂ ਨਾ ਲਿਆ, ਹਮਾਰਾ ਝਗੜਾ ਰਹਾ ਨਾ ਕੋ ਪੰਡਤ ਮੁੱਲਾ ਛਾੜੇ ਦਊ। ਗੁਰੂ ਦਾ ਪੰਥ ਕੀ ਸੀ? ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਗੁਰੂ ਨੇ ਨਿਰਮਲ ਪੰਥ ਚਲਾਇਆ। ਉਹਨਾਂ ਨੂੰ ਕਿਹਾ ਗਿਆ ਜਨੇਊ ਪਾਓ। ਮਹਾਰਾਜ ਕਹਿਣ ਲੱਗੇ ਜਦੋਂ ਮੈਂ ਹਿੰਦੂ ਹੀ ਨਹੀਂ ਹਾਂ ਫਿਰ ਮੈਂ ਜਨੇਊ ਕਿਉਂ ਪਾਵਾਂ? ਜਨੇਊ ਕਿਉਂ ਪਾਵਾਂ? ਕਿਉਂਕਿ ਮੈਂ ਹਿੰਦੂ ਨਹੀਂ ਹਾਂ। ਸਾਡਾ ਤੇ ਧਰਮ ਵੱਖਰਾ ਹੈ। ਗੁਰੂ ਨਾਨਕ ਮਹਾਰਾਜ ਨੇ ਨਿਰਮਲ ਪੰਥ ਜਗਤ ਅੰਦਰ ਪ੍ਰਾਰੰਭ ਕੀਤਾ। ਉਸੇ ਨਿਰਮਲ ਪੰਥ ਨੂੰ ਗੁਰੂ ਕਲਗੀਧਰ ਮਹਾਰਾਜ ਨੇ ਖਾਲਸ ਪੰਥ ਕਿਹਾ। ਖਾਲਸਾ ਪੰਥ, ਖਾਲਸ ਤੇ ਨਿਰਮਲ ਗੱਲ ਇੱਕੋ ਹੀ ਹੈ। ਮਹਾਰਾਜ ਨੇ ਕਿਹਾ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਪਰ ਹੁਣ ਅਸੀਂ ਆਪਣੇ ਆਪ ਨੂੰ ਖਾਲਸਾ ਵੀ ਕਹਾਈ ਜਾਂਦੇ ਹਾਂ, ਗੁਰੂ ਕੇ ਸਿੱਖ ਵੀ ਕਹਾਉਂਦੇ ਹਾਂ, ਕੰਮ ਫੇਰ ਸਾਰੇ ਬ੍ਰਾਹਮਣਵਾਦੀ ਕਰਦੇ ਹਾਂ। ਹੁਣ ਗਰੁੜ ਪੁਰਾਣ ਅੰਦਰ ਕੀ ਲਿਖਿਆ ਹੈ? ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰਦਾ ਹੈ ਉਹਨੂੰ 46,000 ਯੋਜਨ ਪੈਂਡਾ ਤੈਅ ਕਰਨਾ ਪੈਂਦਾ ਹੈ 365 ਦਿਨਾਂ 'ਚ, ਇੱਕ ਸਾਲ ਦੇ ਵਿੱਚ। ਅਤੇ ਉਹ ਜਿਹੜਾ ਪੈਂਡਾ ਹੈ ਉਹ ਤੈਅ ਕਰਨ ਦੇ ਲਈ ਫਿਰ ਉਹਨੂੰ ਕਈ ਤਰ੍ਹਾਂ ਦੇ ਰਾਹਾਂ 'ਚੋਂ ਲੰਘਣਾ ਪੈਂਦਾ ਹੈ। ਅਤੇ ਜਦੋਂ ਉਹ ਪੈਂਡਾ ਤੈਅ ਕਰਦਾ ਹੈ ਉਹਨੂੰ ਭੁੱਖ ਵੀ ਲੱਗਦੀ ਹੈ, ਆਰਾਮ ਵੀ ਕਰਨਾ ਪੈਂਦਾ, ਕਿਧਰੇ ਬਰਸਾਤ ਵੀ ਆ ਸਕਦੀ ਹੈ ਜੀ, ਬੜੀਆਂ ਚੀਜ਼ਾਂ ਇੱਦਾਂ ਹੁੰਦੀਆਂ ਹਨ। ਅਤੇ ਹੁਣ ਪ੍ਰਾਣੀ ਤਾਂ ਮਰ ਗਿਆ, ਉਹਦੇ ਤੱਕ ਭੋਜਨ ਕਿੱਦਾਂ ਪਹੁੰਚਾਵਾਂਗੇ? ਉਹਨੇ ਆਰਾਮ ਕਰਨਾ, ਬਿਸਤਰਾ ਉਹਦੇ ਤੱਕ ਕਿੱਦਾਂ ਪਹੁੰਚਾਵਾਂਗੇ? ਜੇ ਰਸਤੇ 'ਚ ਮੀਂਹ ਆਉਂਦਾ ਹੈ ਉਹਦੇ ਤੱਕ ਛਤਰੀ ਥੋੜ੍ਹਾ ਆਪਾਂ ਪਹੁੰਚਾ ਸਕਦੇ ਹਾਂ। ਉਹਦੇ ਲਈ ਕੀ ਹੋਇਆ ਜੀ? ਜਦੋਂ ਪ੍ਰਾਣੀ ਦੀ ਕਿਰਿਆ ਕਰਨੀ ਹੈ ਅਤੇ ਉਦੋਂ ਇਹ ਸਾਰੀਆਂ ਚੀਜ਼ਾਂ ਪੰਡਤ ਨੂੰ ਦਾਨ ਕਰੋ। ਪੰਡਤ ਨੂੰ ਦੇਵਾਂਗੇ ਅਤੇ ਉਹ ਚੀਜ਼ਾਂ ਅੱਗੇ ਪ੍ਰਾਣੀ ਤੱਕ ਪਹੁੰਚ ਜਾਣਗੀਆਂ। ਇਸੇ ਕਰਕੇ ਜਦੋਂ ਕੋਈ ਮਰਦਾ ਤੇ ਮੰਜਾ, ਬਿਸਤਰਾ, ਭਾਂਡੇ ਸਾਰਾ ਕੁਝ ਭੇਟ ਕੀਤੇ ਜਾਂਦੇ ਹਨ। ਹਾਲਾਂਕਿ ਹੁਣ ਇਹ ਤੇ ਸੀ ਬ੍ਰਾਹਮਣੀ ਕਰਮ ਕਾਂਡ। ਸਾਡੇ ਲਈ ਤੇ ਗੁਰੂ ਮਹਾਰਾਜ ਕਹਿੰਦੇ ਨਾਨਕ ਅੱਗੇ ਸੋ ਮਿਲਿਆ ਜੇ ਖੱਟੇ ਘਾਲੈ ਦੇ। ਪਰ ਅਸੀਂ ਨਾ ਪੜ੍ਹਿਆ, ਨਾ ਵਿਚਾਰਿਆ, ਨਾ ਸਮਝਿਆ, ਬਸ ਵੇਖਾ ਵੇਖੀ ਅਸੀਂ ਵੀ ਲਿਆਂਦਾ ਮੰਜਾ, ਬਿਸਤਰਾ, ਭਾਂਡੇ ਸਾਰਾ ਕੁਝ ਲਿਆ ਕੇ ਭੇਟ ਕਰੀ ਜਾਂਦੇ, ਜਿਹਦਾ ਗੁਰਮਤਿ ਦੇ ਨਾਲ, ਸਿੱਖੀ ਦੇ ਨਾਲ ਕੋਈ ਸੰਬੰਧ ਨਹੀਂ ਹੈ। ਹੁਣ ਫਿਰ ਅੱਗੇ ਇਹ ਹੈ ਕਿ 365 ਦਿਨ 12 ਮਹੀਨਿਆਂ 'ਚ ਉਹ ਸਫ਼ਰ ਪ੍ਰਾਣੀ ਨੇ ਤੈਅ ਕਰਨਾ ਹੈ। ਅਤੇ ਉਹ ਅੱਗੇ ਤਾਂ ਜਾ ਸਕਦਾ ਹੈ ਜੇ 12 ਮਹੀਨਿਆਂ ਤੋਂ ਪਹਿਲਾਂ ਉਹਦੇ ਨਿਮਿਤ ਫਿਰ ਵਰੀਣਾ ਕੀਤਾ ਜਾਵੇ। ਇਸ ਕਰਕੇ 11ਵੇਂ ਮਹੀਨੇ ਵਰੀਣਾ ਕੀਤਾ ਜਾਂਦਾ ਹੈ। ਅਤੇ ਕਹਿੰਦੇ ਜਦੋਂ 365 ਦਿਨਾਂ ਦਾ 46,000 ਯੋਜਨ ਦਾ ਉਹ ਪੈਂਡਾ ਜੀਵ ਜਦੋਂ ਤੈਅ ਕਰਦਾ ਜਿਹੜਾ ਮਰ ਚੁੱਕਿਆ, ਉਦੋਂ ਬਾਅਦ ਇੱਕ ਵਿਤਰਣੀ ਨਦੀ ਹੈ ਜਿਹੜੀ 550 ਮੀਲ ਚੌੜੀ ਹੈ, ਗੰਦਗੀ ਦੇ ਨਾਲ ਭਰੀ ਹੈ, ਵਿਸ਼ਟਾ ਦੇ ਨਾਲ, ਖੂਨ ਮਿੱਝ ਦੇ ਨਾਲ ਭਰੀ ਹੈ। ਉਹ ਹੁਣ ਨਦੀ ਜੀਵ ਨੂੰ, ਆਤਮਾ ਨੂੰ ਪਾਰ ਕਰਨੀ ਪੈਂਦੀ ਹੈ। ਅਤੇ ਹੁਣ 550 ਮੀਲ ਦੀ ਚੌੜੀ ਨਦੀ ਕਿੱਦਾਂ ਜੀਵ ਪਾਰ ਕਰੇਗਾ?
ਉਹਦੇ ਲਈ ਫਿਰ ਅੱਗੇ ਇਹ ਕਹਿ ਦਿੱਤਾ ਗਿਆ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਸਾਡਾ ਮਰ ਚੁੱਕਿਆ ਪ੍ਰਾਣੀ ਉਹ ਨਦੀ ਪਾਰ ਲੰਘੇ, ਉਹ ਫਿਰ ਬ੍ਰਾਹਮਣ ਨੂੰ ਗਊ ਦਾਨ ਕਰਨੀ ਪਵੇਗੀ, ਤੇ ਪ੍ਰਾਣੀ ਫਿਰ ਉਹ ਗਊ ਦੀ ਪੂਛ ਫੜ ਕੇ ਤੇ ਵਿਤਰਣੀ ਨਦੀ ਲੰਘ ਸਕਦਾ ਹੈ। ਇਹਦੇ ਲਈ ਫਿਰ ਲੋਕ ਗਊ ਦਾਨ ਕਰਦੇ। ਤੇ ਫਿਰ ਕਹਿੰਦੇ ਅੱਗੇ ਜੀ ਪਿੱਤਰ ਲੋਕ ਹੈ, ਤੇ 365 ਦਿਨਾਂ ਤੱਕ ਉਹ ਪਿੱਤਰ ਮਰ ਚੁੱਕੇ ਜੀਵ ਦੀ ਉਡੀਕ ਕਰਦੇ ਨੇ, ਤੇ ਜੇ ਉਦੋਂ ਤੱਕ ਵਰੀਣਾ ਕਰਾ ਕੇ ਗਊ ਦਾਨ ਕਰਕੇ ਹੋਰ ਚੀਜ਼ਾਂ ਦਾਨ ਕਰਕੇ ਤੇ ਨਾ ਦਿੱਤੀਆਂ ਜਾਣ, ਤੇ ਫਿਰ ਅੱਗੇ ਪਿੱਤਰ ਲੋਕ ਦੇ ਦਰਵਾਜ਼ੇ ਹੋ ਜਾਂਦੇ ਬੰਦ, ਤੇ ਪ੍ਰਾਣੀ ਭਟਕਦਾ ਹੀ ਰਹਿੰਦਾ ਹੈ, ਪਿੱਛੇ ਵਾਲਿਆਂ ਨੂੰ ਦੁੱਖ ਦਿੰਦਾ ਹੈ। ਹੁਣ ਪਿੱਛੇ ਵਾਲੇ ਕਹਿੰਦੇ ਐਵੇਂ ਸਾਨੂੰ ਨਾ ਮਰਿਆ ਦੁੱਖ ਦਵੇ, ਇਸ ਕਰਕੇ ਕਰ ਦਵੋ ਗਊ ਦਾਨ, ਕਰ ਦਵੋ ਹੋਰ ਸਾਰੀਆਂ ਚੀਜ਼ਾਂ ਦਾਨ, ਕਰ ਦਵੋ ਵਰੀਣਾ। ਇੱਦਾਂ ਦੀਆਂ ਵਿਚਾਰਾਂ ਉੱਥੇ ਕਿ ਫਿਰ ਅੱਗੇ ਜੀ ਜਾਂਦਾ ਹੈ ਪਿੱਤਰ ਲੋਕ 'ਚ ਜੀਵ। ਉਦੋਂ ਬਾਅਦ ਜਿਹੜੀ ਸ਼ਰਾਧ ਵਾਲੀ ਵਿਚਾਰ ਹੈ, ਉਹ ਕਹਿੰਦੇ ਜੀ ਫਿਰ ਇਹ ਜਿਹੜੇ ਸ਼ਰਾਧ ਦੇ 15 ਦਿਨ ਹੁੰਦੇ ਨੇ, ਪਿੱਤਰ ਲੋਕ ਦੇ ਦਰਵਾਜ਼ੇ ਫਿਰ ਖੁੱਲ੍ਹਦੇ ਹਨ, ਤੇ ਉਹਨਾਂ ਦਿਨਾਂ 'ਚ ਆਪਾਂ ਕੁਝ ਦੇਵਾਂਗੇ ਤੇ ਉਹ ਅੱਗੇ ਮਰ ਚੁੱਕੇ ਪਿੱਤਰਾਂ ਤੱਕ ਪਹੁੰਚਦਾ ਹੈ। ਤੇ ਮਹਾਰਾਜ ਇੱਕ ਗੱਲ ਤੇ ਕਬੀਰ ਸਾਹਿਬ ਦੇ ਆਪਾਂ ਬਚਨ ਆਮ ਪੜ੍ਹਦੇ ਹੀ ਹਾਂ ਕਿ ਜੀਵਤ ਪਿੱਤਰ ਨਾ ਮਾਨੈ ਕਉ, ਮੂਏ ਸ਼ਰਾਧ ਕਰਾਹੀ, ਪਿੱਤਰ ਵੀ ਬਪਰੇ ਕਹੋ ਕਿਉਂ ਪਾਵੈ ਕਊਆ ਕੁੱਕਰ ਖਾਹੀ। ਮਹਾਰਾਜ ਕਹਿੰਦੇ ਜਿਉਂਦਿਆਂ ਨੂੰ ਤੇ ਤੂੰ ਪਾਣੀ ਨਾ ਪੁੱਛਿਆ, ਤੇ ਮਰਿਆਂ ਦੇ ਲਈ ਤੂੰ ਅੱਗੇ ਭੋਜਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ। ਚੇਤੇ ਰੱਖੀ ਅੱਗੇ ਕੁਝ ਨਹੀਂ ਹੋ ਜਾਂਦਾ, ਅੱਗੇ ਕੁਝ ਨਹੀਂ ਮਿਲਦਾ। ਨਾਨਕ ਅੱਗੇ ਸੋ ਮਿਲੈ ਜੇ ਖੱਟੇ ਘਾਲੈ ਦੇ। ਹੁਣ ਇੱਦਾਂ ਦੀਆਂ ਜਿਹੜੀਆਂ ਵਹਿਮਾਂ ਭਰਮਾਂ ਵਾਲੀਆਂ ਵਿਚਾਰਾਂ ਸਨ, ਗੁਰੂ ਸਾਹਿਬ ਨੇ ਇਹਨਾਂ ਨੂੰ ਬਿਲਕੁਲ ਮੁੱਢ ਤੋਂ ਕੰਡਮ ਕਰ ਦਿੱਤਾ। ਮਹਾਰਾਜ ਕਹਿੰਦੇ ਅੱਗੇ ਕੁਝ ਕਿਸੇ ਦਾ ਦਿੱਤਾ ਹੋਇਆ ਅੱਗੇ ਨਹੀਂ ਪਹੁੰਚਦਾ, ਨਾ ਕੋਈ ਅੱਗੇ ਕੁਝ ਪਹੁੰਚਾ ਸਕਦਾ ਹੈ। ਇਹ ਤੇ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਨੀ ਨਾਮ ਧਿਆਇਆ ਗਏ ਮੁਸ਼ੱਕਤ ਘਾਲ, ਨਾਨਕ ਤੇ ਮੁਖੁਜਲੇ ਕੀਤੀ ਛੁੱਟੀ ਨਾਲ। ਇਸ ਕਰਕੇ ਇੱਕ ਤੇ ਗੱਲ ਆਪਾਂ ਇਹ ਸਮਝ ਲਈਏ ਕਿ ਜਿਹੜੇ ਆਪਾਂ ਕਰਮ ਆ ਕਰਦੇ ਹਾਂ ਇਹ ਸਭ ਵਹਿਮ ਭਰਮ ਕਰਮ ਨੇ, ਗੁਰਮਤ ਦਾ ਇਹਦੇ ਨਾਲ ਕੋਈ ਸੰਬੰਧ ਨਹੀਂ ਜੇ, ਤੇ ਇਹਨਾਂ ਕਰਮਾਂ ਦਾ ਆਪਾਂ ਤਿਆਗ ਕਰਨਾ ਹੈ।